Students, our today's topic is centripetal force. Centripetal force is the force required to move a body uniformly in a circle. Okay, this force acts along the radius and towards the center of the circle. For example, ਤੁਸੀਂ ਇੱਕ ਸਟੋਨ ਲਿਆ, ਉਹਨੂੰ ਟਾਈ ਕੀਤਾ ਥ੍ਰੈਡ ਦੇ ਨਾਲ, ਤੁਸੀਂ ਉਹਨੂੰ ਐ ਰੋਟੇਟ ਕਰਨਾ ਸ਼ੁਰੂ ਕੀਤਾ, ਠੀਕ ਆ। ਹੁਣ ਤੁਹਾਨੂੰ ਪਤਾ ਸਟੋਨ ਤੋਂ ਇੱਧਰ ਨੂੰ ਕੀ ਲੱਗਣੀ ਹੈ, ਟੈਂਸ਼ਨ ਲੱਗਣੀ ਹੈ, ਫੋਰਸ, ਠੀਕ ਆ। ਹੁਣ ਇਹ ਸਟੋਨ ਸਰਕੂਲਰ ਪਾਥ ਦੇ ਵਿੱਚ ਉਦੋਂ ਮੂਵ ਕਰੇਗਾ ਜਦੋਂ ਆਪਣੇ ਕੋਲ ਕਿਹੜੀ ਫੋਰਸ ਹੋਏਗੀ, ਸੈਂਟਰੀਪੀਟਲ ਫੋਰਸ ਹੋਏਗੀ। ਜੇ ਸੈਂਟਰੀਪੀਟਲ ਫੋਰਸ 0 ਹੈ ਤਾਂ ਇਹ ਸਟ੍ਰੇਟ ਪਾਥ ਦੇ ਵਿੱਚ ਮੂਵ ਕਰੇਗਾ, ਠੀਕ ਆ, ਸਟੋਨ। ਹੁਣ ਦੇਖੋ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ। ਸੈਂਟਰੀਪੀਟਲ ਫੋਰਸ ਇਜ਼ ਰੀਅਲ ਫੋਰਸ ਐਕਟਿੰਗ ਟੂਵਰਡਸ ਦਾ ਸੈਂਟਰ ਅਲੋਂਗ ਦਾ ਰੇਡੀਅਸ, ਠੀਕ ਆ। ਇਹ ਫੋਰਸ ਜਿਹੜੀ ਹੈਗੀ ਹੈ ਰੀਅਲ ਫੋਰਸ ਆ। ਤੁਸੀਂ ਜਦੋਂ ਵੀ ਸੈਂਟਰੀਪੀਟਲ ਫੋਰਸ ਨੂੰ ਕੈਲਕੂਲੇਟ ਕਰਨਾ, ਤੁਸੀਂ ਦੇਖਣਾ ਕਿ ਨੈਟ ਫੋਰਸ ਕਿੰਨੀ ਲੱਗ ਰਹੀ ਹੈ, ਠੀਕ ਹੈ ਜੀ। ਜੇ ਤੁਹਾਨੂੰ ਨੈਟ ਫੋਰਸ ਪਤਾ ਲੱਗ ਜਾਏਗੀ ਨਾ ਕਿੰਨੀ ਲੱਗ ਰਹੀ ਹੈ, ਉਹ ਕਿਹਦੀ ਇਕੁਅਲ ਹੋਏਗੀ, ਤੁਹਾਡੀ ਜਿਹੜੀ ਨੈਟ ਫੋਰਸ ਇਨਵਰਟ ਲੱਗ ਰਹੀ ਹੈ, ਉਹ ਕਿਉਂਕਿ ਤੁਹਾਡੀ ਸੈਂਟਰੀਪੀਟਲ ਫੋਰਸ ਹੋਏਗੀ, ਅਤੇ ਇਹ ਤੁਹਾਡੀ ਰੀਅਲ ਫੋਰਸ ਹੈ, ਠੀਕ ਆ। ਜਦੋਂ ਤੁਸੀਂ ਇਨਰਸ਼ੀਅਲ ਫਰੇਮ ਦੇ ਵਿੱਚੋਂ ਇਹਨੂੰ ਓਬਜ਼ਰਵ ਕਰ ਰਹੇ ਜੇ, ਮਤਲਬ ਤੁਸੀਂ ਜੇ ਬਾਹਰੋਂ, ਜੇ ਤੁਸੀਂ ਰੈਸਟ 'ਤੇ ਖੜ੍ਹੇ ਜੇ ਜਾਂ ਤੁਸੀਂ ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰ ਰਹੇ, ਜਦੋਂ ਇਹਨੂੰ ਓਬਜ਼ਰਵ ਕਰ ਰਹੇ ਜੇ, ਠੀਕ ਸਟੂਡੈਂਟਸ, ਹਮੇਸ਼ਾ ਕਿੱਧਰ ਨੂੰ ਲੱਗਦੀ ਹੈ, ਟੂਵਰਡਸ ਦਾ ਸੈਂਟਰ, ਠੀਕ ਆ। ਹੁਣ ਤੁਹਾਨੂੰ ਪਤਾ ਜਦੋਂ ਬੋਡੀ ਸਰਕੂਲਰ ਪਾਥ ਦੇ ਵਿੱਚ ਮੂਵ ਕਰਦੀ ਆ, ਉਹਦੀ ਵੈਲੋਸਿਟੀ ਹਰ ਇੱਕ ਇੰਸਟੈਂਟ 'ਤੇ ਕੀ ਆ, ਚੇਂਜ ਹੁੰਦੀ ਨਹੀਂ। ਜੇ ਤੁਸੀਂ ਇੱਕ ਟੈਂਜੈਂਟ ਡਰਾ ਕਰਨਾ, ਤੁਹਾਨੂੰ ਕੀ ਡਾਇਰੈਕਸ਼ਨ ਦੇ ਦੇਗਾ, ਵੈਲੋਸਿਟੀ ਦੀ, ਠੀਕ ਆ। ਮਤਲਬ ਜਿਵੇਂ ਇਹ ਸਟੋਨ ਆ, ਇੱਧਰ ਨੂੰ ਮੂਵ ਕਰ ਰਿਹਾ, ਤੁਸੀਂ ਇੱਥੇ ਤੁਸੀਂ ਕਿਹਦੀ ਵੈਲੋਸਿਟੀ ਫਾਈਂਡ ਕਰਨੀ ਹੈ, ਤੁਸੀਂ ਇੱਥੇ ਇੱਧਰ ਨੂੰ ਟੈਂਜੈਂਟ ਡਰਾ ਕਰ ਦੋਗੇ, ਠੀਕ ਆ। ਇਹ ਕਿਹਦੀ ਡਾਇਰੈਕਸ਼ਨ ਹੋਏਗੀ, ਵੈਲੋਸਿਟੀ ਦੀ ਡਾਇਰੈਕਸ਼ਨ ਹੋਏਗੀ, ਠੀਕ ਆ। ਤੇ ਜੇ ਵੈਲੋਸਿਟੀ ਦੀ ਡਾਇਰੈਕਸ਼ਨ ਮਤਲਬ ਚੇਂਜ ਹੋ ਰਹੀ ਹੈ, ਇਟ ਮੀਨਸ ਬੋਡੀ ਕੀ ਕਰ ਰਹੀ ਹੈ, ਐਕਸਲਰੇਟ ਕਰ ਰਹੀ ਹੈ, ਠੀਕ ਆ। So change in direction means change in velocity and change in velocity means centripetal acceleration, ठीक है। ਹੁਣ ਸੈਂਟਰੀਪੀਟਲ ਜਿਹੜੀ ਐਸਲੇਸ਼ਨ ਹੈ ਕਿਹਦੇ ਕੋਲ ਹੁੰਦੀ ਹੈ, v ਸਕੁਅਰ ਓਵਰ r। v ਸਕੁਅਰ ਕੀ ਹੈਗੀ, ਇਹਦੀ ਵੈਲੋਸਿਟੀ ਸਟੋਨ ਦੀ, r ਕੀ ਹੈਗਾ, ਸਰਕੂਲਰ ਪਾਥ ਦਾ ਰੇਡੀਅਸ, ਠੀਕ ਹੈ ਜੀ। ਫੋਰਸ ਕਿਹਦੇ ਕੋਲ, ਨਿਊਟਨ ਸੈਕਿੰਡ ਦਾ, ਮਾਸ ਇਨਟੂ ਐਸਲੇਸ਼ਨ, ਠੀਕ ਆ। ਹੁਣ ਸੈਂਟਰੀਪੀਟਲ ਐਸੋਲੇਸ਼ਨ ਕਿਹਦੇ ਕੋਲ ਹੋਏਗੀ, ਇਹ ਹੈ ਨਾ, ਇਹ ਦੇ ਵਿੱਚ ਸੈਂਟਰੀਪੀਟਲ ਐਸੋਲੇਸ਼ਨ ਹੋਏਗੀ। ਫੋਰਸ ਇੱਥੇ ਇਹ ਦੀ ਵੈਲਿਊ ਪੁੱਟ ਕਰ ਦਿਓ, ਠੀਕ ਆ। ਕੀ ਆਏਗੀ, ਐਮ ਮਾਸ ਹੈ ਨਾ, ਸਟੋਨ ਦਾ ਜਿਹੜੀ ਬੋਡੀ ਮੂਵ ਕਰ ਰਹੀ ਹੈ ਸਰਕੂਲਰ ਪਾਥ ਦੇ ਵਿੱਚ, ਇਹ ਦੀ ਵੈਲਿਊ ਕਿੰਨੀ, v ਸਕੁਅਰ ਓਵਰ r। ਇਹ ਤੁਸੀਂ ਐਂਗੂਲਰ ਵੈਲੋਸਿਟੀ ਵਾਲੇ ਉਹਦੇ 'ਚ ਫਾਰਮੂਲਾ ਡਰਾਈਵ ਕੀਤਾ ਹੋਏਗਾ, ਲੀਨੀਅਰ ਵੈਲੋਸਿਟੀ ਦਾ ਐਂਗੂਲਰ ਵੈਲੋਸਿਟੀ। ਜੇ ਨਹੀਂ ਵੀ ਕੀਤਾ ਹੋਏਗਾ ਆਪਾਂ ਕਰ ਦਾਂਗੇ, ਇਹਨੂੰ ਵੀ ਟੌਪਿਕ ਵੱਖਰਾ ਇਹਦਾ ਬਣਾ ਦਾਂਗੇ। ਸੋ ਲੀਨੀਅਰ ਵੈਲੋਸਿਟੀ ਇਜ਼ ਇਕੁਅਲ ਟੂ ਹੈਗੀ ਆ ਐਂਗੂਲਰ ਵੈਲੋਸਿਟੀ ਇੰਟੂ ਰੇਡੀਅਸ, ਠੀਕ ਆ, ਸਰਕੂਲਰ ਪਾਥ ਦਾ। ਜਦੋਂ ਓਮੇਗਾ ਤੇ ਆਰ ਦੇ ਵਿੱਚ ਕਿੰਨਾ ਐਂਗਲ ਹੈਗਾ, 90 ਡਿਗਰੀ ਹੈ, ਠੀਕ ਆ। ਸੋ ਇੱਥੇ v ਦੀ ਵੈਲਿਊ ਇੱਥੇ ਓਮੇਗਾ ਆਰ ਪੁੱਟ ਕਰੋ, ਇੱਥੇ ਕੀ ਆ ਜਾਏਗਾ, m ਓਮੇਗਾ ਸਕੇਅਰ ਆਰ ਸਕੇਅਰ ਓਵਰ ਆਰ ਇੱਕ ਕੈਂਸਲ ਹੋ ਜਾਏਗੀ, ਆ ਜਾਏਗਾ ਆਪਣੇ ਕੋਲ ਸੈਂਟਰੀਪੀਟਲ ਫੋਰਸ ਕਿਹਦੇ ਕੋਲ ਆ ਗਿਆ, m ਇੰਟੂ ਓਮੇਗਾ ਸਕੇਅਰ ਆਰ। ਹੁਣ ਸੁਣਿਆ ਜਿਹੜਾ ਇੰਪੋਰਟੈਂਟ ਪੁਆਇੰਟ ਸਮਝਣ ਵਾਲਾ ਮੈਂ ਪਹਿਲਾਂ ਰਿਪੀਟ ਕਰ ਚੁੱਕਾ ਕਿ ਜਿਹੜੀ ਸੈਂਟਰੀਪੀਟਲ ਫੋਰਸ ਆ, ਇਹ ਕੀ ਹੈਗੀ ਹੈ, ਨੈਟ ਫੋਰਸ ਐਕਟਿੰਗ ਟੂਵਰਡਸ ਦਾ ਸੈਂਟਰ ਅਲੋਂਗ ਦਾ ਰੇਡੀਅਸ। ਜਿਹੜੀ ਨੈਟ ਫੋਰਸ ਕਿੰਨੀ ਲੱਗ ਰਹੀ ਹੈ ਸੈਂਟਰ ਵੱਲ, ਠੀਕ ਆ, ਉਹ ਜਿਹੜੀ ਨੈਟ ਫੋਰਸ ਲੱਗ ਰਹੀ ਹੈ ਉਹ ਕੀ ਹੈਗੀ ਆਪਣੀ ਸੈਂਟਰੀਪੀਟਲ ਫੋਰਸ। ਹੁਣ ਦੇਖੋ ਜਿਵੇਂ ਸਟੋਨ ਆ, ਇਸ ਕੇਸ ਦੇ ਵਿੱਚ ਸਟੋਨ ਸੀ, ਠੀਕ ਆ, ਮੂਵ ਕਰ ਰਿਹਾ ਸੀ। ਹੁਣ ਤੁਹਾਨੂੰ ਪਤਾ ਸਟਰਿੰਗ ਆ, ਸਟੋਨ ਤੋਂ ਟੈਂਸ਼ਨ ਕਿੱਧਰ ਨੂੰ ਲੱਗੇਗੀ, ਹੈ ਨਾ, ਅਵੇ ਲੱਗੇਗੀ ਨਾ, ਸਟੋਨ ਤੋਂ ਇੱਧਰ ਨੂੰ ਲੱਗੇਗੀ ਟੈਂਸ਼ਨ। ਹੁਣ ਦੇਖੋ ਸਟੋਨ ਇੱਧਰ ਨੂੰ ਮੂਵਮੈਂਟ ਨਹੀਂ ਹੋ ਰਹੀ ਕੋਈ ਵੀ, ਠੀਕ ਆ, ਇੱਧਰ ਨੂੰ ਕੋਈ ਵੀ ਮੂਵਮੈਂਟ ਨਹੀਂ ਹੋ ਰਹੀ, ਮੀਨਸ ਇਹਦੇ ਲੌਂਗ ਨੈਟ ਫੋਰਸ ਕੀ ਹੈਗੀ ਆ, ਨੈਟ ਫੋਰਸ ਕਿੰਨੀ ਹੋਏਗੀ। ਹੁਣ ਨੈਟ ਫੋਰਸ ਇੱਧਰ ਨੂੰ ਆ, ਇਕੱਲੇ ਕਿੱਧਰ ਨੂੰ ਆ, ਆਹ ਦੇਖੋ ਟੈਂਸ਼ਨ। ਹੁਣ ਇਹ ਜਿਹੜੀ ਨੈਟ ਫੋਰਸ ਹੈਗੀ ਟੈਂਸ਼ਨ, ਅਤੇ ਟੈਂਸ਼ਨ ਕੀ ਹੋਏਗੀ, ਤੁਹਾਡੀ ਸੈਂਟਰੀਪੀਟਲ ਫੋਰਸ, ਠੀਕ ਹੈ, ਕਿਉਂਕਿ ਤੁਹਾਡੀ ਨੈਟ ਫੋਰਸ ਆ ਨਾ ਜਿਹੜੀ ਇਨਵਰਡ ਲੱਗ ਰਹੀ ਹੈ ਟੈਂਸ਼ਨ 'ਚ। ਇੱਥੇ ਟੈਂਸ਼ਨ ਸੈਂਟਰੀਪੀਟਲ ਫੋਰਸ ਦਾ ਰੋਲ ਕੌਣ ਪਲੇ ਕਰ ਰਿਹਾ, ਟੈਂਸ਼ਨ, ਠੀਕ ਹੈ। ਸੋ ਟੈਂਸ਼ਨ ਕਿਤੇ ਇਕੁਅਲ ਆ ਜਾਏਗੀ ਸੈਂਟਰੀਪੀਟਲ ਫੋਰਸ। ਹੁਣ ਤੁਸੀਂ ਦੇਖੋ ਜਿਵੇਂ ਗ੍ਰੈਵੀਟੇਸ਼ਨਲ ਫੋਰਸ ਆ, ਇਹ ਤੁਹਾਡਾ ਹੈਗਾ ਸਨ, ਇਹਦੇ ਅਰਾਊਂਡ ਜਿਵੇਂ ਅਰਥ ਹੈ ਮੂਵ ਕਰ ਰਹੀ ਹੈ, ਠੀਕ ਆ, ਪਾਥ ਦਾ ਰੇਡੀਅਸ ਆਰ, ਹੈ ਨਾ। ਅਤੇ ਹੁਣ ਦੇਖੋ ਸਨ ਦਾ ਮਾਸ ਕੈਪੀਟਲ ਐਮ, ਅਰਥ ਦਾ ਮਾਸ ਸਮੋਲ ਹੈ। ਹੁਣ ਦੋਨਾਂ ਵਿੱਚ ਕਿਹੜੀ ਫੋਰਸ ਲੱਗ ਰਹੀ ਹੈ, ਗ੍ਰੈਵੀਟੇਸ਼ਨਲ ਫੋਰਸ। ਕਿਹੜੀ ਫੋਰਸ ਲੱਗ ਰਹੀ ਹੈ, ਗ੍ਰੈਵੀਟੇਸ਼ਨਲ ਫੋਰਸ।
ਹੁਣ ਇਹਦਾ ਸੈਂਟਰੀਪੀਟਲ ਫੋਰਸ ਦਾ ਰੋਲ ਕੌਣ ਪਲੇ ਕਰ ਰਿਹਾ? ਗ੍ਰੈਵੀਟੇਸ਼ਨਲ ਫੋਰਸ। ਠੀਕ ਆ, ਮੀਨਸ ਕਿ ਇਹਦੇ ਵਿੱਚ ਜਿਹੜੀ ਨੈਟ ਫੋਰਸ ਹੈਗੀ ਆ ਉਹ ਕਿਹੜੀ ਹੈਗੀ ਆ? ਗ੍ਰੈਵੀਟੇਸ਼ਨਲ ਫੋਰਸ ਆ। ਉਹ ਨੈਟ ਫੋਰਸ ਨੂੰ ਆਪਾਂ ਕੀ ਕਹਿੰਦੇ ਆ? ਸੈਂਟਰੀਪੀਟਲ ਫੋਰਸ। ਠੀਕ ਆ, ਇਹਨੂੰ ਆਪਾਂ ਕਿਵੇਂ ਲਿਖ ਸਕਦੇ ਆ? ਐਮ ਪੀ ਸਕੇਅਰ ਓਵਰ ਆਰ। ਇਹ ਮੂਵ ਕਰ ਰਿਹਾ ਨਾ, ਇਹ ਵਾਰ ਇਹਦਾ ਮਾਸ ਸਮਾਲ ਐਮ, ਇਹ ਮੂਵ ਕਰ ਰਿਹਾ, ਇਹਦੀ ਵੈਲੋਸਿਟੀ ਦਾ ਸਕੇਅਰ ਜਿਹੜਾ ਸਰਕੂਲਰ ਪਾਥ ਦਾ ਰੇਡੀਅਸ ਇਜ਼ ਇਕੁਅਲ ਟੂ ਕੈਪੀਟਲ ਜੀ ਕੈਪੀਟਲ ਐਮ ਸਮਾਲ ਐਮ ਓਵਰ ਆਰ ਸਕੇਅਰ। ਠੀਕ ਹੈ ਜੀ, ਉਦੋਂ ਇਹ ਰਿਲੇਸ਼ਨ ਹੋਏਗਾ ਤੁਹਾਡੇ ਸੈਂਟਰੀਪੀਟਲ ਫੋਰਸ ਅਤੇ ਗ੍ਰੈਵੀਟੇਸ਼ਨਲ ਫੋਰਸ। ਠੀਕ ਹੈ ਜੀ। ਸਟੂਡੈਂਟਸ ਹੁਣ ਇਹਨਾਂ ਰਿਲੇਟਡ ਹੀ ਕੁਐਸਚਨ ਕਰਾਂਗੇ। ਸਪੋਜ਼ ਵੀ ਹੈਵ 3 ਬਾਕਸਿਸ, ਫਸਟ ਆਫ ਮਾਸ 1 kg, second of mass 2 kg and third of mass 3 kg, and they are tied with different strings. The radius from starting line to first string is 1 meter। ਆ ਦੇਖੋ ਜਿਵੇਂ 1 kg ਮਾਸ ਆ, ਇਹਦੀ ਸਟਰਿੰਗ ਦੀ ਜਿਹੜੀ ਲੈਂਥ ਹੈਗੀ 1 ਮੀਟਰ, ਐਂਡ ਸੈਕੰਡ ਸਟਰਿੰਗ ਇਜ਼ 2 ਮੀਟਰ। ਸੈਕੰਡ ਸਟਰਿੰਗ ਆ ਦੇਖੋ ਮਾਸ, ਇਹਨੂੰ ਸੈਕੰਡ ਸਟਰਿੰਗ ਨਾਲ ਟਾਈ ਕੀਤਾ ਇੱਥੋਂ ਐਕਸਿਸ ਤੋਂ, ਕਿੰਨਾ ਡਿਸਟੈਂਸ ਆ? 2 ਮੀਟਰ, ਐਂਡ ਥਰਡ ਸਟਰਿੰਗ ਇਜ਼ 3 ਮੀਟਰ। ਜਿਹੜੀ ਥਰਡ ਸਟਰਿੰਗ ਆ, ਠੀਕ ਆ, ਇਹ ਪੂਰੀ ਕੰਪਲੀਟ ਲੈ ਰਹੇ ਹਾਂ ਆਪਾਂ। ਠੀਕ ਆ, 3 ਮੀਟਰ। ਠੀਕ ਆ, ਐਂਡ ਓਮੇਗਾ, ਓਮੇਗਾ ਕਿੰਨੀ ਆ? 2 ਰੇਡੀਅਨ ਪਰ ਸੈਕਿੰਡ ਐਂਗੂਲਰ ਵੈਲੋਸਿਟੀ ਇਹਨਾਂ ਦੀ। ਹੁਣ ਦੇਖੋ ਸਟੂਡੈਂਟਸ ਤੁਸੀਂ ਕੀਤਾ ਹੋਏਗਾ ਹੁਣ ਨੈਟ ਫੋਰਸ ਪਹਿਲਾਂ ਦੇਖੋ ਆਪਾਂ ਫੋਰਸ ਕੱਲੇ ਬਾਡੀ 'ਤੇ ਦੇਖਣੀ ਹੈ। ਹੁਣ ਇਹ ਡਿਫਰੈਂਟ ਹੈਗੀਆਂ ਨੇ, ਤਿੰਨੇ ਸਟਰਿੰਗਸ ਡਿਫਰੈਂਟ ਨੇ। ਮੰਨ ਲਓ ਇਹਦੀ ਸਟਰਿੰਗ ਦੇ ਵਿੱਚ ਟੈਂਸ਼ਨ ਹੈਗੀ T, ਇਹਦੇ 'ਚ ਹੈਗੀ T1, ਇਹਦੇ ਹੈਗੀ T2। ਜੇ ਸਟਰਿੰਗ ਸੇਮ ਹੁੰਦੀ ਫਿਰ ਸਾਰਿਆਂ ਦੀ ਟੈਂਸ਼ਨ ਸੇਮ ਹੋਣੀ ਸੀ। ਹੁਣ ਦੇਖੋ ਜਿਹੜਾ 1 kg ਆ, ਹੁਣ ਇਹਦੇ ਟੈਂਸ਼ਨ ਦੀ ਕਿਹੜੀ ਡਾਇਰੈਕਸ਼ਨ ਹੋਏਗੀ? ਇੱਧਰ ਹੋਏਗੀ ਟੈਂਸ਼ਨ, ਇੱਧਰੋਂ ਟੈਂਸ਼ਨ ਕਿੱਧਰ ਲੱਗ ਰਹੀ ਹੈ? ਇੱਧਰ ਨੂੰ। ਅਤੇ ਨੈਟ ਫੋਰਸ ਕਿੰਨੀ ਹੋਗੀ? T - T1। ਠੀਕ ਆ, M1 ਇਹਦਾ ਮਾਸ ਇਹਦਾ ਬੋਡੀ ਦੇ ਉੱਪਰ। ਠੀਕ ਆ, ਹੁਣ ਨੈਟ ਫੋਰਸ ਦੇਖੋ ਇਨਵਰਡ ਜਿਹੜੀ ਨੈਟ ਫੋਰਸ ਲੱਗ ਰਹੀ ਆ ਉਹ ਕੀ ਹੈਗੀ? ਆਪਣੀ ਸੈਂਟਰੀਪੀਟਲ ਫੋਰਸ ਆ, ਹੈ ਨਾ। ਉਹ ਕਿਹਦੇ ਇਕੁਅਲ ਆ? M × ਓਮੇਗਾ ਸਕੇਅਰ, M × ਓਮੇਗਾ ਸਕੇਅਰ R। ਠੀਕ ਹੈ, T - T1। ਠੀਕ ਆ, ਓਮੇਗਾ ਦੀ ਵੈਲਿਊ ਪੁੱਟ ਕਰਤੀ, ਮਾਸ ਦੀ ਵੈਲਿਊ ਪੁੱਟ ਕਰਤੀ, ਰੇਡੀਅਸ ਕਿੰਨਾ ਹੋਏਗਾ? ਐ ਸਰਕੂਲਰ ਪਾਥ 'ਚ ਮੂਵ ਕਰੇਗੀ ਨਾ, ਰੇਡੀਅਸ 1 ਮੀਟਰ। ਫਸਟ ਕੁਐਸਚਨ ਆ ਗਈ। ਸੈਕਿੰਡ ਬਾਕਸ, ਹੁਣ ਸੈਕਿੰਡ ਬਾਕਸ ਆ ਜਿਹੜਾ, ਹੁਣ ਇੱਥੇ ਦੇਖੋ ਇੱਥੇ ਇੱਧਰ ਨੂੰ ਟੈਂਸ਼ਨ ਕਿਹੜੀ ਲੱਗੇਗੀ? T1, ਇੱਧਰ ਨੂੰ ਟੈਂਸ਼ਨ ਕਿਹੜੀ ਲੱਗੇਗੀ? T2। ਠੀਕ ਹੈ ਜੀ, ਠੀਕ ਆ। ਅਤੇ ਨੈਟ ਫੋਰਸ ਕਿੰਨੀ ਹੋਗੀ? T1 - T2। ਨੈਟ ਫੋਰਸ ਇਜ਼ T1 - T2। ਨੈਟ ਫੋਰਸ ਕੀ ਹੈਗੀ? ਸੈਂਟਰੀਪੀਟਲ ਫੋਰਸ। ਕਿੰਨੀ ਉਹਦੀ ਵੈਲਿਊ? M × ਓਮੇਗਾ ਸਕੇਅਰ R, M 2 kg, ਓਮੇਗਾ ਸਕੇਅਰ ਓਮੇਗਾ 2 ਪਰ 2 × 2, T1 - T2 ਕਿੰਨਾ ਆ ਗਿਆ? 16 ਇਜ਼ ਇਕੁਅਲ ਟੂ T1 - T2। ਸੈਕਿੰਡ ਕੁਐਸਚਨ ਆ ਗਿਆ। ਥਰਡ, ਹੁਣ ਥਰਡ ਮਾਸ ਦੇਖੋ ਇੱਧਰ ਨੂੰ ਕੋਈ ਸਟਰਿੰਗ ਨਹੀਂ ਹੈਗੀ, ਇੱਧਰ ਨੂੰ ਕੋਈ ਫੋਰਸ ਨਹੀਂ ਲੱਗ ਰਹੀ, ਇੱਧਰ ਕਿੱਧਰ ਨੂੰ ਫੋਰਸ ਲੱਗ ਰਹੀ ਹੈ? ਇੱਧਰ ਲੱਗ ਰਹੀ ਹੈ। ਠੀਕ ਆ, T2 ਟੈਂਸ਼ਨ ਲੱਗ ਰਹੀ ਹੈ। ਸੋ ਨੈਟ ਫੋਰਸ ਕਿੰਨੀ ਹੈਗੀ ਹੈ? T2। ਉਹਦਾ ਕੀ ਆਪਣੀ ਸੈਂਟਰੀਪੀਟਲ ਫੋਰਸ ਦਾ ਕੀ ਫਾਰਮੂਲਾ ਸੀ? ਦੇਖੋ F net ਇਜ਼ ਇਕੁਅਲ ਟੂ T2, M ਓਮੇਗਾ ਸਕੇਅਰ R ਇਜ਼ ਇਕੁਅਲ ਟੂ T2। ਵੈਲਿਊ ਪੁੱਟ ਕਰਤੀ ਓਮੇਗਾ ਦੀ, R ਦੀ ਵੈਲਿਊ, R ਕਿੰਨਾ ਹੁਣ 3 ਮੀਟਰ ਆ ਨਾ। ਹੁਣ ਉਹਨੇ ਸਰਕੂਲਰ ਪਾਥ 'ਚ ਮੂਵ ਕਰਨਾ, ਸਟਰਿੰਗ ਦੀ ਲੈਂਥ 3 ਮੀਟਰ ਆ। ਠੀਕ ਆ, ਸੋ ਇਹ ਕਿੰਨਾ ਆ ਗਿਆ? T2 36 ਆ ਗਿਆ ਨਿਊਟਨ। ਠੀਕ ਆ, ਹੁਣ T2 ਦੀ ਵੈਲਿਊ ਆਪਾਂ ਸੈਕਿੰਡ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ, T1 ਦੀ ਵੈਲਿਊ ਆ ਜਾਏਗੀ। ਠੀਕ ਆ, ਜਦੋਂ T1 ਦੀ ਵੈਲਿਊ ਆ ਗਈ ਉਹਨੂੰ ਇਕੁਏਸ਼ਨ ਨੰਬਰ 1 'ਚ ਪੁੱਟ ਕਰਾਂਗੇ, ਆਪਣੀ ਕਿਹਦੀ ਵੈਲਿਊ ਆ ਜਾਏਗੀ? T1 ਦੀ ਵੈਲਿਊ ਆ ਜਾਏਗੀ, T ਦੀ ਵੈਲਿਊ ਆ ਜਾਏਗੀ, ਕੈਪੀਟਲ T ਦੀ। ਠੀਕ ਹੈ ਜੀ, ਸੋ ਇਸ ਤਰੀਕੇ ਨਾਲ ਅਸੀਂ ਸਾਰੀਆਂ ਟੈਂਸ਼ਨਸ ਨੂੰ ਫਾਈਂਡ ਆਊਟ ਕਰ ਲਿਆ ਇਕੁਏਸ਼ਨਸ ਬਣਾ ਕੇ। ਨੈਕਸਟ ਹੈਗਾ ਜੀ ਆਪਣਾ ਸੈਂਟਰੀਫਿਊਗਲ ਫੋਰਸ। ਇਹਦਾ ਦੂਜਾ ਨਾਮ ਕੀ ਹੈਗਾ ਜੀ? ਸੂਡੋ ਫੋਰਸ। ਠੀਕ ਆ, ਹੁਣ ਸੈਂਟਰੀਫਿਊਗਲ ਫੋਰਸ ਇਜ਼ ਅ ਫੋਰਸ ਡੈਟ ਅਰਾਈਜ਼es when a body is moving actually along a circular path by virtue of tendency of the body to regain its natural straight line path। ਮਤਲਬ ਦੇਖੋ ਇਹਨੂੰ ਜੇ ਆਸਾਨੀ ਨਾਲ ਹੀ ਸਮਝਾਂ, ਜਦੋਂ ਬੋਡੀ ਤੁਸੀਂ ਦੇਖਿਆ ਹੋਏਗਾ ਜਿਵੇਂ ਇਹ ਥਾਲੀ ਆ, ਠੀਕ ਹੈ, ਇੱਕ ਪਲੇਟ ਲੈ ਲਈ, ਉਹਦੇ ਸੈਂਟਰ 'ਚ ਕੋਇਨ ਰੱਖਤਾ, ਉਹਨੂੰ ਪਲੇਟ ਨੂੰ ਹੀ ਰੋਟੇਟ ਕਰਨਾ ਸ਼ੁਰੂ ਕਰਾਂਗੇ ਉਹਨੂੰ। ਠੀਕ ਆ, ਕੀ ਹੋਏਗਾ? ਜੇ ਉਹਨੂੰ ਜ਼ਿਆਦਾ ਐਂਗੂਲਰ ਵੈਲੋਸਿਟੀ ਹੋਏਗੀ ਤਾਂ ਕੋਇਨ ਕੀ ਕਰ ਜਾਏਗਾ? ਸਕਿਡ ਕਰ ਜਾਏਗਾ। ਠੀਕ ਆ, ਆਊਟਵਰਡ ਮੂਵ ਕਰ ਜਾਏਗਾ ਇੱਧਰ ਨੂੰ, ਸਾਈਡ ਨੂੰ। ਕਿਉਂ ਕਰੇਗਾ? ਕਿਹੜੀ ਫੋਰਸ ਦਾ ਕਰਕੇ? ਡਿਊ ਟੂ ਸੈਂਟਰੀਫਿਊਗਲ ਫੋਰਸ। ਕਿਹੜੀ ਫੋਰਸ? ਸੈਂਟਰੀਫਿਊਗਲ ਫੋਰਸ। ਠੀਕ ਹੈ, ਇਹ ਸੈਂਟਰੀਫਿਊਗਲ ਫੋਰਸ ਦਾ ਕਰਕੇ ਬੋਡੀ ਹਮੇਸ਼ਾ ਕੀ ਚਾਹੁੰਦੀ ਹੈ ਕਿ ਮੈਂ ਕਿਹੜੇ ਪਾਥ 'ਚ ਜਾਣਾ? ਸਟਰੇਟ ਲਾਈਨ ਪਾਥ 'ਚ ਜਾਣਾ। ਦੇਖੋ ਪਹਿਲਾਂ ਸਰਕੂਲਰ ਮੂਵ ਕਰ ਰਿਹਾ ਸੀ ਨਾ, ਫਿਰ ਐਂ ਇੱਕਦਮ ਸਟਰੇਟ ਲਾਈਨ ਪਾਥ 'ਚ ਮੂਵ ਕਰ ਗਿਆ। ਠੀਕ ਹੈ, ਹੁਣ ਸੈਂਟਰੀਪੀਟਲ ਫੋਰਸ ਇਜ਼ ਨਾਟ ਅ ਰੀਅਲ ਫੋਰਸ, ਇਟ ਇਜ਼ ਐਨ ਇਮੇਜਨਰੀ ਫੋਰਸ। ਇਹ ਪੁਆਇੰਟ ਬੜਾ ਇੰਪੋਰਟੈਂਟ ਹੈ ਸਮਝਣ ਵਾਲਾ। ਜਿਹੜੀ ਸੈਂਟਰੀਫਿਊਗਲ ਫੋਰਸ ਆ ਇਹ ਰੀਅਲ ਫੋਰਸ ਨਹੀਂ ਹੈਗੀ।
ठीक है। इमेजिनरी फोर्स मान लो तुसीं इनर्शियल फ्रेम ਦੇ ਵਿੱਚ ऑब्जर्व कर रहे जे ने, ठीक है। इनर्शियल फ्रेम मीनस तुसीं बाहरों ऑब्जर्व कर रहे जे, ਇੱਥੇ ਖਲੋ ਕੇ ਇਹਨੂੰ तुसीं ਰੈਸਟ ਤੇ ਆ, ਤੁਹਾਡੀ ਐਸੋਲੇਸ਼ਨ ਕੀ ਹੈਗੀ ਹੈ 0 ਆ, ठीक है। ਜਿਹੜੇ फ्रेम ਦੀ ਐਸੋਲੇਸ਼ਨ 0 ਹੁੰਦੀ ਆ ਉਹ फ्रेम ਕਿਹੜਾ ਹੁੰਦਾ, इनर्शियल फ्रेम ਹੁੰਦਾ। ਜਿਹਦੀ नॉन 0 ਹੁੰਦੀ ਹੈ ਉਹ ਕਿਹੜਾ फ्रेम ਹੁੰਦਾ, नॉन इनर्शियल फ्रेम ਹੁੰਦਾ, ठीक है। ਹੁਣ ਜਿਹੜੀ ਸੂਡੋ ਫੋਰਸ ਆ ਸੈਂਟਰੀਫਿਊਗਲ ਫੋਰਸ, ਇਹ ਹਮੇਸ਼ਾ ਕਿਹੜੇ ਫਰੇਮ 'ਚ ਹੁੰਦੀ ਆ, ਨॉन ਇਨਰਸ਼ੀਅਲ ਫਰੇਮ ਦੇ ਵਿੱਚ, ਠੀਕ ਆ। ਨॉन ਇਨਰਸ਼ੀਅਲ ਫਰੇਮ ਦੇ ਵਿੱਚ ਦੇਖੋ ਜੇ ਤੁਸੀਂ ਬਾਹਰੋਂ ਆਬਜ਼ਰਵ ਕਰ ਰਹੇ ਆ, ਠੀਕ ਆ, ਇਹ ਬਾਡੀ ਨੂੰ, ਫਿਰ ਤੁਸੀਂ ਸੈਂਟਰੀਫਿਊਗਲ ਫੋਰਸ ਨਹੀਂ ਲਗਾ ਰਹੇ। ਪਰ ਦੇਖੋ ਜਦੋਂ ਤੁਸੀਂ ਇੱਥੇ ਉਹਦੇ 'ਚ ਤੁਸੀਂ ਖੜ੍ਹ ਕੇ ਇਹਨੂੰ ਆਬਜ਼ਰਵ ਕਰੋਗੇ, ਤੁਸੀਂ ਦੇਖਣਾ ਕਿ ਇਹ ਜਿਹੜਾ ਸਿੱਕਾ ਵਾ ਹੁਣ ਇੱਥੇ ਤੁਸੀਂ ਕਿਹੜੀ, ਕਿਉਂਕਿ ਤੁਸੀਂ ਕਿਹੜੇ ਫਰੇਮ 'ਚ ਹੈਗੇ ਹੁਣ ਨॉन ਇਨਰਸ਼ੀਅਲ ਫਰੇਮ ਦੇ ਵਿੱਚ ਆ, ਹੁਣ ਇੱਥੇ ਫੋਰਸ ਕਿਹੜੀ ਲੱਗੇਗੀ, ਸੂਡੋ ਫੋਰਸ ਲੱਗੇਗੀ, ठीक है। इट एग्जिस्ट इन नॉन नैचुरल फ्रेम ऑफ रेफरेंस वैन एसोलेशन नॉट इज इक्वल टू 0। ये नॉन नैचुरल फ्रेम के एग्जिस्ट करती है जो एसोलेशन 0 नहीं होती, ठीक है। डायरैक्शन ऑफ सेंट्रीफ्यूगल फोर्स इज आउटवर्ड और ओपोजिट टू द डायरैक्शन ऑफ सेंट्रीपिटल फोर्स। देखो जिमें देखो सेंट्रीपिटल फोर्स तो इनवर्ड होंगी है ना, जिमें बनाता मैं, ठीक है, मैं मास हाँ इनवर्ड सेंट्रीपिटल फोर्स तो इनवर्ड होंगी है, सेंट्रीफ्यूगल किधर होंगी है, आउटवर्ड होंगी है, ठीक है। सेंट्रीफ्यूगल इज इक्वल टू माइनस स्मॉल m इंटू एसोलेशन, ठीक है। माइनस क्यों लिया, क्योंकि सेंट्रीपिटल एसोलेशन तो ये एसोलेशन फ्यूगल की फोर्स होंगी है, सेंट्रीपिटल एसोलेशन की होंगी है, ओपोजिट होंगी है, ठीक है। हम देखो जिवें मैं वाला केस करना, जोड़ा कॉइन है, कॉइन मीनस जिवें आ देखो इन्हूं मैं प्लेट के रख के इनू कैप में मैं प्लेट में रोटेट करना, की होएगा जे मेरी मैं इस प्लेट के उपर ही खड़ के ऑबजर्व करना, मैं भी नॉन नैचुरल फ्रेम के होवांगा तो किहड़ी फोर्स लगेगी ये उपर, सेंट्रीफ्यूगल फोर्स भी लगेगी, ठीक है। हम देखो इहदा मास m, डाउनवर्ड फोर्स किहड़ी लगेगी m जी, अपवर्ड किहड़ी लगेगी नॉर्मल डायरैक्शन r की निकल हो गया m जी निकल हो गया, फर्स्ट इक्वेशन ये है। हम देखो जो ये कॉइन आ बाहर मूव करने की कोशिश करेगा, इधर मूव करने की कोशिश करेगा ना साइड में, जिवें तुहाडी प्लेट आ बाहर मूव करने की कोशिश करेगा तो ये मूवमेंट इधर नूं होनी है, फ्रिक्शन किधरों लगेगी, इनवर्ड लगेगी ना फ्रिक्शन। हुण देखो किहड़ी फोर्स ज़्यादा होनी चाहिए है, फ्रिक्शन कि जिहड़ी बाहर नूं आउटवर्ड लगदी जिहड़ी सेंट्रीफ्यूगल, मतलब जे स्किड ना करे किहड़ी फोर्स ज़्यादा होनी चाहिए है, फ्रिक्शनल फोर्स, ठीक है। जी फ्रिक्शनल फोर्स है शुड बी ग्रेटर दैन इक्वल टू सेंट्रीफ्यूगल फोर्स, जे यह कंडीशन होएगी उदों ये स्किड नहीं करेगा, बाहर मूव नहीं करेगा, ठीक है। सो ये कंडीशन आ गई, सेंट्रीफ्यूगल फोर्स सारी सेम सारा कुछ इक्वल है, ठीक है। बस ये टर्म्स अलग अलग है, ग्रेटर दैन इक्वल टू m ओमेगा स्क्वायर r, ठीक है। और फोर्स ऑफ फ्रिक्शन की इक्वल होती है कोएफिशिएंट ऑफ फ्रिक्शन इंटू नॉर्मल डायरेक्शन, ठीक है। इतने वैल्यू पुट कर दो, ठीक है। ये वैसे आप केस ड्राइव कर रहे हैं तुहानूं एग्जाम्पल दे के, ठीक है। इतने वैल्यू पुट करती म्यू आर, फिर आर की वैल्यू पुट कर देनी इतने एम जी, ठीक है जी। एम जी पुट कर दोगे एम एम तुहाडा कैंसल, तो म्यू जी ओवर आर ग्रेटर दैन इक्वल टू ओमेगा स्क्वायर। तो ओमेगा की वैल्यू जी एंगुलर वेलोसिटी है कितनी होनी चाहिए है, लैस दैन इक्वल टू अंडर रूट कोएफिशिएंट ऑफ फ्रिक्शन इंटू एब्सोल्यूट ग्रैविटी ओवर आर। जिस तो घट होएगी आउटवर्ड मूव नहीं करेगा कॉइन, ठीक है। जो प्लेट में रोटेट कर रहा है आउटवर्ड मूव नहीं करेगा, जो एंगुलर वेलोसिटी ये जी एक अपनी वैल्यू जी क्रिटिकल वैल्यू उस तो एक्सीड कर दी है, ये आउटवर्ड एक्सीड कर देगा, ठीक है जी। ये कंडीशन आ गई। सेंट्रीफ्यूगल फोर्स एक्ट अलोंग द रेडियस एंड अवे फ्रॉम द सेंटर ऑफ द सर्कल, मीनस ये आउटवर्ड लगती है अलोंग द रेडियस।